Hello students, today we discuss chapter 1 State of Indian Economy at the time of Independence। इस चैप्टर ਦੇ ਵਿੱਚ ਡਿਸਕਸ ਕਰਾਂਗੇ ਕਿ ਇੰਡੀਪੈਂਡੈਂਸ ਦੇ ਟਾਈਮ ਇੰਡੀਅਨ ਇਕੋਨਮੀ ਕਿਸ ਤਰ੍ਹਾਂ ਦੀ ਸਿਚੁਏਸ਼ਨ ਜਾਂ ਕੰਡੀਸ਼ਨ ਦੇ ਵਿੱਚ ਸੀ। 2 ਸਾਲ ਬਾਅਦ ਜਦੋਂ ਬ੍ਰਿਟਿਸ਼ ਰੂਲ ਖਤਮ ਹੋਇਆ 15 ਅਗਸਤ 1947 ਨੂੰ ਇੰਡੀਅਨ ਇਕੋਨਮੀ ਨੂੰ ਇੰਡੀਪੈਂਡੈਂਸ ਮਿਲੀ। ਉਸ ਟਾਈਮ ਜਿਹੜੀ ਇੰਡੀਅਨ ਇਕੋਨਮੀ ਸੀ ਬਹੁਤ ਹੀ ਜ਼ਿਆਦਾ ਅੰਡਰ ਡਿਵੈਲਪਡ ਸੈਮੀ ਫਿਊਡ ਬੈਕਵਰਡ ਸਟੈਗਨੈਂਟ ਅਤੇ ਡਿਸਇੰਟੀਗ੍ਰੇਟਡ ਇਕੋਨਮੀ ਸੀ। ਕੰਟਰੀ ਦੀ ਜ਼ਿਆਦਾਤਰ ਜਿਹੜੀ ਪੋਪੂਲੇਸ਼ਨ ਸੀ ਬਹੁਤ ਜ਼ਿਆਦਾ ਪੂਅਰ ਸੀਗੀ। ਐਗਰੀਕਲਚਰ ਬਹੁਤ ਹੀ ਜ਼ਿਆਦਾ ਬੈਕਵਰਡ ਹੋ ਚੁੱਕਿਆ ਸੀ। ਉਸ ਟਾਈਮ ਬੇਸਿਕ ਅਤੇ ਹੈਵੀ ਇੰਡਸਟਰੀਜ਼ ਜਿਹੜੀਆਂ ਸੀਗੀਆਂ ਉਹਨਾਂ ਦੀ ਬਹੁਤ ਹੀ ਜ਼ਿਆਦਾ ਕਮੀ ਸੀ। ਜਿਹੜਾ ਬ੍ਰਿਟਿਸ਼ ਸਰਕਾਰ ਨੇ ਜਿਹੜਾ ਇੰਡੀਅਨ ਉੱਤੇ ਰੂਲਸ ਕੀਤਾ ਹੈ ਇੰਡੀਅਨ ਕੰਟਰੀਜ਼ 'ਤੇ, ਉਹਦੇ 2 ਮੋਟਿਵ ਸੀ। ਫਸਟ ਮੋਟਿਵ ਸੀ ਕਿ ਉਹ ਰॉ ਮਟੀਰੀਅਲ ਨੂੰ ਇੰਡੀਆ ਤੋਂ ਬ੍ਰਿਟਿਸ਼ ਇੰਡਸਟਰੀਜ਼ ਤੱਕ ਐਕਸਪੋਰਟ ਕਰ ਸਕੇ ਕਿ ਜਿਹੜੀ ਬ੍ਰਿਟਿਸ਼ ਇੰਡਸਟਰੀ ਦੇ ਵਿੱਚ ਜਿਹੜੀਆਂ ਪ੍ਰੋਡਕਸ਼ਨ ਕੀਤਾ ਆ ਉਹਨਾਂ ਨੂੰ ਇੰਡੀਅਨ ਦੀ ਮਾਰਕੀਟ ਦੇ ਵਿੱਚ ਆ ਕੇ ਸੇਲ ਕਰ ਸਕੇ। ਉਸ ਤੋਂ ਬਾਅਦ ਜਿਹੜੀ ਬ੍ਰਿਟਿਸ਼ ਗਵਰਨਮੈਂਟ ਨੇ ਜਿਹੜੀ ਇਕਨੋਮਿਕ ਪੋਲਿਸੀ ਅਡੋਪਟ ਕੀਤੀ ਸੀ ਉਸਦੇ ਓਬਜੈਕਟਿਵ ਸੀ ਬਹੁਤ ਸਾਰੇ। ਉਸਦਾ ਫਸਟ ਓਬਜੈਕਟਿਵ ਸੀ ਕਿ ਉਹ ਇੰਡੀਅਨ ਫਾਰਮਰਸ ਨੂੰ ਕੰਪੈਲ ਕਰ ਸਕੇ ਕਿ ਉਹ ਫੂਡ ਕ੍ਰੌਪਸ ਦੀ ਜਗ੍ਹਾ ਕਮਰਸ਼ੀਅਲ ਕ੍ਰੌਪਸ ਲਾਈਕ ਕਾਟਨ ਜੂਟ ਦਾ ਪ੍ਰੋਡਕਸ਼ਨ ਕਰੇ। ਐਜ਼ ਏ ਰਿਜ਼ਲਟ ਉਹਨਾਂ ਨੇ ਲੈਂਡ ਰੈਵਨਿਊ ਸਿਸਟਮ ਲਾਈਕ ਜ਼ਿਮੀਦਾਰੀ ਸਿਸਟਮ ਨੂੰ ਅਡੋਪਟ ਕੀਤਾ, ਜਿਸ ਦੇ ਕਾਰਨ ਜਿਹੜੇ ਇੰਡੀਅਨ ਫਾਰਮਰ ਸੀ ਉਹ ਕੰਪੈਲ ਹੋ ਗਏ ਕਿ ਉਹ ਆਪਣੀ ਜ਼ਿਆਦਾਤਰ ਕਮਰਸ਼ੀਅਲ ਕ੍ਰੌਪ ਦਾ ਜ਼ਿਆਦਾ ਜਿਹੜਾ ਪਾਰਟ ਆ ਉਹ ਲੋਕਲ ਮਾਰਕੀਟ ਵਿੱਚ ਸੇਲ ਕਰਨ ਦੇ ਲਈ ਕੰਪੈਲ ਹੋਣਾ ਪਿਆ ਉਹਨਾਂ ਨੂੰ। ਜਿਸ ਦੇ ਕਾਰਨ ਜਿਹੜਾ ਕਿ ਉਹ ਜਿਹੜੀ ਬ੍ਰਿਟਿਸ਼ ਗਵਰਨਮੈਂਟ ਸੀ ਉਹ ਸਾਰੇ ਉਹਨਾਂ ਦੇ ਪ੍ਰੋਡਕਸ਼ਨ ਨੂੰ ਐਕਸਪੋਰਟ ਕਰ ਦਿੰਦੀ ਸੀ ਇੰਗਲੈਂਡ ਵਿੱਚ। ਬ੍ਰਿਟਿਸ਼ ਪੋਲਿਸੀ ਦੇ ਕਾਰਨ ਜਿਹੜੇ ਇੰਡੀਅਨ ਹੈਂਡੀਕ੍ਰਾਫਟ ਸੀ ਅਤੇ ਕਾਟਨ ਇੰਡਸਟਰੀ ਸੀ ਉਹ ਆਲਮੋਸਟ ਖਤਮ ਹੋ ਚੁੱਕੀਆਂ ਸੀ। ਡਿਊ ਟੂ ਕਮਰਸ਼ੀਅਲ ਪੋਲਿਸੀ ਆਫ ਦੀ ਬ੍ਰਿਟਿਸ਼ਰਸ ਇੰਡੀਆ ਐਕਸਪੋਰਟ ਕਰਦਾ ਸੀ ਰॉ ਮਟੀਰੀਅਲ ਇੰਗਲੈਂਡ ਨੂੰ, ਅਤੇ ਉੱਥੇ ਜਿਹੜਾ ਮੈਨੂਫੈਕਚਰਡ ਪ੍ਰੋਡਕਟ ਸੀ ਉਹ ਇੰਪੋਰਟ ਕਰਦਾ ਸੀਗਾ ਕਿ ਗੁੱਡਸ ਰॉ ਮਟੀਰੀਅਲ ਇੰਡੀਆ ਐਕਸਪੋਰਟ ਕਰਦਾ ਸੀ ਇੰਗਲੈਂਡ ਨੂੰ ਅਤੇ ਮੈਨੂਫੈਕਚਰ ਪ੍ਰੋਡਕਟਸ ਨੂੰ ਇੰਗਲੈਂਡ ਤੋਂ ਇੰਪੋਰਟਸ ਕਰਦਾ ਸੀਗਾ। ਇਕਨੋਮਿਕ ਪੋਲਿਸੀ ਆਫ ਬ੍ਰਿਟਿਸ਼ ਗਵਰਨਮੈਂਟ ਦੀ ਇਕਨੋਮਿਕ ਪੋਲਿਸੀ ਦੇ ਕਾਰਨ ਜਿਹੜੀ ਇੰਡੀਅਨ ਇਕੋਨਮੀ ਸੀ ਬਹੁਤ ਹੀ ਜ਼ਿਆਦਾ ਪੂਅਰ ਸਟੈਟਿਕ ਅਤੇ ਬੈਕਵਰਡ ਕੰਡੀਸ਼ਨ ਵਿੱਚ ਚਲੇ ਗਈ ਸੀ ਅਤੇ ਐਗਰੀਕਲਚਰ ਵੀ ਬਹੁਤ ਜ਼ਿਆਦਾ ਬੈਕਵਰਡ ਹੋ ਚੁੱਕੀ ਸੀ। ਬ੍ਰਿਟਿਸ਼ ਗਵਰਨਮੈਂਟ ਨੇ ਉਸ ਟਾਈਮ ਜਿਹੜੀ ਰੇਲਵੇ ਦਾ ਡਿਵੈਲਪ ਕੀਤਾ ਉਹ ਵੀ ਉਸਨੇ ਆਪਣੇ ਇੰਟਰਸਟ ਕਰਕੇ ਕੀਤਾ ਸੀ, ਤਾਂ ਕਿ ਉਹ ਜਿਹੜਾ ਰॉ ਮਟੀਰੀਅਲ ਆ ਇੰਡੀਅਨ ਦੇ ਹਰ ਇੱਕ ਕੋਨੇ ਤੋਂ ਰॉ ਮਟੀਰੀਅਲ ਨੂੰ ਇਕੱਠਾ ਕਰ ਸਕੇ ਈਜ਼ੀਲੀ, ਤਾਂ ਜੋ ਇੰਗਲੈਂਡ ਉਸਨੂੰ ਐਕਸਪੋਰਟ ਕਰ ਸਕੇ ਅਤੇ ਜਿਹੜਾ ਉੱਥੇ ਦੀਆਂ ਇੰਗਲੈਂਡ ਦੀ ਇੰਡਸਟਰੀਜ਼ ਵਿੱਚ ਜਿਹੜੀਆਂ ਉਹ ਮੈਨੂਫੈਕਚਰਿੰਗ ਗੁੱਡਸ ਬਣਾਉਂਦਾ ਸੀ ਉਹਨੂੰ ਇੰਡੀਆ ਦੀ ਹਰ ਇੱਕ ਪਾਰਟਸ ਦੇ ਵਿੱਚ ਜਾ ਕੇ ਉਸਨੂੰ ਸੇਲ ਕਰ ਸਕੇ। ਇਸ ਲਈ ਉਹਨੇ ਜਿਹੜੀ ਆ ਰੇਲਵੇ ਟਰੈਕ ਜਾਂ ਰੇਲਵੇ ਸਿਸਟਮ ਨੂੰ ਡਿਵੈਲਪ ਕੀਤਾ ਸੀ। ਇੰਗਲੈਂਡ ਜਿਸ ਦਾ ਕਿ ਏਰੀਆ 1/20 ਆਫ ਇੰਡੀਅਨ ਏਰੀਆ ਦੇ ਇੰਡੀਆ ਦੇ ਅਕੋਰਡਿੰਗ ਸੀ, ਅਤੇ ਜਿਸ ਦੀ ਪਾਪੂਲੇਸ਼ਨ 1947 ਦੇ ਟਾਈਮ 1/6 ਸੀ ਇੰਡੀਆ ਦੇ ਅਕੋਰਡਿੰਗ। ਉਹ ਦਿਨੋਂ ਦਿਨ ਬਹੁਤ ਜ਼ਿਆਦਾ ਅਮੀਰ ਹੁੰਦੀ ਜਾ ਰਹੀ ਸੀ। ਔਨ ਦਾ ਅਦਰ ਹੈਂਡ ਜਿਹੜੀ ਇੰਡੀਅਨ ਇਕੋਨਮੀ ਸੀਗੀ ਬ੍ਰਿਟਿਸ਼ ਰੂਲ ਦੇ ਕਾਰਨ ਇੰਡੀਅਨ ਇਕੋਨਮੀ ਬਹੁਤ ਹੀ ਜ਼ਿਆਦਾ ਪੂਅਰ ਅੰਡਰ ਡਿਵੈਲਪ ਅਤੇ ਬੈਕਵਰਡ ਹੁੰਦੀ ਜਾ ਰਹੀ ਸੀ। ਜਿਹੜੀ ਬ੍ਰਿਟਿਸ਼ ਰੂਲ ਦੇ ਟਾਈਮ ਸੀ ਉਸ 'ਤੇ ਬਹੁਤ ਸਾਰੇ ਨੈਗੇਟਿਵ ਇੰਪੈਕਟ ਸੀ, ਬਟ ਇਹਨਾਂ ਸਭ ਦੇ ਬਾਵਜੂਦ ਉਸ 'ਤੇ ਕੁਛ ਪੋਜ਼ੀਟਿਵ ਇੰਪੈਕਟ ਵੀ ਪਏ ਇੰਡੀਅਨ ਇਕੋਨਮੀ ਦੇ। ਪੋਜ਼ੀਟਿਵ ਇੰਪੈਕਟ ਲਾਈਕ ਉਸ ਟਾਈਮ ਸਪਰੈਡ ਆਫ ਲਿਟਰੇਸੀ ਦਾ ਸਪਰੈਡ ਹੋਣ ਲੱਗਾ, ਲੋਕਾਂ ਨੂੰ ਸਮਝ ਆਉਣ ਲੱਗੀ ਕਿ ਸਾਨੂੰ ਪੜ੍ਹਨਾ ਜ਼ਰੂਰੀ ਹੈ ਸਾਡੇ ਲਈ, ਠੀਕ ਹੈ। ਐਗਰੀਕਲਚਰ ਦਾ ਕਮਰਸ਼ੀਅਲਾਈਜੇਸ਼ਨ ਹੋਣ ਲੱਗਾ, ਮਾਡਰਨਾਈਜੇਸ਼ਨ ਆਉਣ ਲੱਗੀ, ਕੈਪੀਟਲਿਸਟਿਕ ਐਂਟਰਪ੍ਰਾਈਜ਼ਸ ਇਨਕਰੀਜ਼ ਹੋਣ ਲੱਗਾ। ਇਸ ਕਰਕੇ ਉਸ ਟਾਈਮ ਦੇ ਇੰਡੀਅਨ ਇਕੋਨਮੀ 'ਤੇ ਕੁਛ ਪੋਜ਼ੀਟਿਵ ਇੰਪੈਕਟ ਵੀ ਇਹ ਸਾਰੇ ਪਏ। Now we study Indian economy on the eve of independence can be made in the following 3 parts. First one is nature of Indian economy on the eve of independence. Second is structural pattern of Indian economy, and third is main feature of Indian economy on the eve of independence. First is nature of Indian economy on the eve of independence. According to Dr. Karamgil Gill, ਇੰਡੀਪੈਂਡੈਂਸ ਦੇ ਟਾਈਮ ਜਿਹੜੀ ਇੰਡੀਅਨ ਇਕੋਨਮੀ ਸੀ ਬਹੁਤ ਹੀ ਜ਼ਿਆਦਾ ਅੰਡਰ ਡਿਵੈਲਪਡ ਸੀ, ਸਟੈਗਨੈਂਟ ਸੀ, ਕਲੋਨੀਅਲ ਸੀ ਅਤੇ ਸੈਮੀ ਫਿਊਡਲ ਇਕੋਨਮੀ ਸੀ। ਨਾਓ ਫਸਟ ਪੁਆਇੰਟ ਇਜ਼ ਅੰਡਰ ਡਿਵੈਲਪਡ ਇਕੋਨਮੀ। ਇੰਡੀਪੈਂਡੈਂਸ ਦੇ ਟਾਈਮ ਜਿਹੜੀ ਇੰਡੀਅਨ ਇਕੋਨਮੀ ਸੀ ਬਹੁਤ ਹੀ ਅੰਡਰ ਡਿਵੈਲਪ ਇਕੋਨਮੀ ਸੀ। ਅੰਡਰ ਡਿਵੈਲਪ ਇਕੋਨਮੀ ਉਹ ਇਕੋਨਮੀ ਹੁੰਦੀ ਹੈ ਜਿਸ ਵਿੱਚ
ਸਟੈਂਡਰਡ ਆਫ ਲਿਵਿੰਗ ਬਹੁਤ ਹੀ ਜ਼ਿਆਦਾ ਲੋ ਹੁੰਦਾ ਹੈ ਲੋਕਾਂ ਦਾ। ਪਾਵਰਟੀ ਬਹੁਤ ਜ਼ਿਆਦਾ ਹੁੰਦੀ ਆ, ਪਰ ਕੈਪੀਟਾ ਇਨਕਮ ਬਹੁਤ ਜ਼ਿਆਦਾ ਘੱਟ ਹੁੰਦੀ ਆ। ਕੰਜ਼ੰਪਸ਼ਨ ਲੈਵਲ ਬਹੁਤ ਲੋ ਲੈਵਲ 'ਤੇ ਹੁੰਦਾ ਆ। ਪੂਅਰ ਹੈਲਥ ਫੈਸਿਲਿਟੀਜ਼ ਹੁੰਦੀਆਂ ਆ। ਡੈਥ ਰੇਟਸ ਬਹੁਤ ਜ਼ਿਆਦਾ ਹੁੰਦੀਆਂ। ਬਰਥ ਰੇਟਸ ਵੀ ਬਹੁਤ ਜ਼ਿਆਦਾ ਹੁੰਦੇ ਆ। ਜਿਹੜੀ ਫੋਰਨ ਕੰਟਰੀਜ਼ 'ਤੇ ਜਾਂ ਇਕੋਨਮੀਜ਼ 'ਤੇ ਡਿਪੈਂਡੈਂਸ ਬਹੁਤ ਜ਼ਿਆਦਾ ਹੁੰਦੀ ਹੈ, ਉਸਨੂੰ ਅੰਡਰ ਡਿਵੈਲਪਡ ਇਕੋਨਮੀ ਕਿਹਾ ਜਾਂਦੀਆਂ। ਇਸ ਦੀਆਂ ਫੋਲੋਇੰਗ ਕਰੈਕਟਰਿਸਟਿਕਸ ਹੁੰਦੀਆਂ। ਫਸਟ ਵਨ ਇਜ਼ ਲੋ ਪਰ ਕੈਪੀਟਾ ਇਨਕਮ। ਅੰਡਰ ਡਿਵੈਲਪ ਇਕੋਨਮੀ ਉਹ ਹੁੰਦੀ ਹੈ ਜਿਸ ਵਿੱਚ ਪਰ ਕੈਪੀਟਾ ਇਨਕਮ ਬਹੁਤ ਹੀ ਘੱਟ ਹੁੰਦੀ ਹੈ। 1947 ਅਤੇ 48 ਦੇ ਟਾਈਮ ਇੰਡੀਆ ਦੇ ਵਿੱਚ ਜਿਹੜੀ ਪਰ ਕੈਪੀਟਾ ਇਨਕਮ ਸੀ 230 ਰੁਪਏ ਸੀ। ਜਿਹੜੀ ਜ਼ਿਆਦਾਤਰ ਪਾਪੂਲੇਸ਼ਨ ਸੀ ਉਹ ਬਹੁਤ ਹੀ ਜ਼ਿਆਦਾ ਪੂਅਰ ਸੀ ਅਤੇ ਲੋਕਾਂ ਨੂੰ 2 ਟਾਈਮ ਦਾ ਪ੍ਰੋਪਰ ਫੂਡ ਤੱਕ ਨਹੀਂ ਉਸ ਟਾਈਮ ਮਿਲਦਾ ਹੁੰਦਾ ਸੀਗਾ। ਉਹਨਾਂ ਕੋਲ ਰਹਿਣ ਲਈ ਜਗ੍ਹਾ ਅਤੇ ਕੱਪੜੇ ਤੱਕ ਨਹੀਂ ਸੀਗੇ ਪ੍ਰੋਪਰ। ਮੋਸਟ ਆਫ ਦੀ ਜਿਹੜੀ ਪਾਪੂਲੇਸ਼ਨ ਸੀ ਉਹ ਅਨਐਮਪਲੋਇਡ ਸੀ। ਲੋਕਾਂ ਕੋਲ ਕੰਮ ਕਰ ਰੋਜ਼ ਉਸ ਟਾਈਮ ਐਮਪਲੋਇਮੈਂਟ ਨਹੀਂ ਹੁੰਦੀ ਸੀ। ਆਲਮੋਸਟ 90% ਆਫ ਜਿਹੜੀ ਪਾਪੂਲੇਸ਼ਨ ਸੀ ਉਹ ਇਲਿਟਰੇਟ ਸੀ ਅਤੇ ਉੱਥੇ ਲੋਕਾਂ ਦਾ ਇੰਡੀਆ ਦੇ ਵਿੱਚ ਲੋਕਾਂ ਦਾ ਸਟੈਂਡਰਡ ਆਫ ਜਿਹੜਾ ਲਿਵਿੰਗ ਸੀ ਉਹ ਵੀ ਬਹੁਤ ਲੋ ਸੀਗਾ। ਨੈਕਸਟ ਇਜ਼ ਐਗਰੀਕਲਚਰਲ ਇਕੋਨਮੀ। ਇੰਡੀਪੈਂਡੈਂਸ ਦੇ ਟਾਈਮ ਜਿਹੜੀ ਇੰਡੀਅਨ ਇਕੋਨਮੀ ਸੀ ਐਗਰੀਕਲਚਰਲ ਇਕੋਨਮੀ ਸੀ। ਐਗਰੀਕਲਚਰ ਉੱਤੇ ਜ਼ਿਆਦਾ ਡਿਪੈਂਡੈਂਟ ਸੀ। 1948 ਦੇ ਟਾਈਮ ਜਿਹੜੀ ਕੰਟਰੀ ਦੀ 70% ਆਫ ਜਿਹੜੀ ਪਾਪੂਲੇਸ਼ਨ ਸੀ ਉਹ ਐਗਰੀਕਲਚਰ ਦੇ ਵਿੱਚ ਹੀ ਕੰਮ ਕਰਦੀ ਸੀ ਅਤੇ ਨੈਸ਼ਨਲ ਇਨਕਮ ਦਾ ਜਿਹੜਾ 50% ਆਫ ਨੈਸ਼ਨਲ ਇਨਕਮ ਜਿਹੜਾ ਉਸਦਾ ਕੰਟਰੀਬਿਊਟ ਐਗਰੀਕਲਚਰ ਸੈਕਟਰ ਹੀ ਕਰਦਾ ਸੀ। ਬਟ ਜਿਹੜਾ ਐਗਰੀਕਲਚਰ ਸੈਕਟਰ ਸੀ ਉਹ ਵੀ ਬਹੁਤ ਜ਼ਿਆਦਾ ਬੈਕਵਰਡ ਸੀ ਉਸ ਟਾਈਮ ਪਰ ਹੈਕਟਰ ਪ੍ਰੋਡਕਟੀਵਿਟੀ ਐਗਰੀਕਲਚਰ ਦੀ ਪਰ ਹੈਕਟਰ ਪ੍ਰੋਡਕਟੀਵਿਟੀ ਬਹੁਤ ਜ਼ਿਆਦਾ ਘੱਟ ਸੀ। 1947 ਦੇ ਟਾਈਮ ਰਾਈਸ ਦੀ ਪਰ ਹੈਕਟਰ ਪ੍ਰੋਡਕਟੀਵਿਟੀ 710 kg ਸੀ ਇੰਡੀਆ ਦੇ ਵਿੱਚ, ਜਦਕਿ ਇਜਿਪਟ ਦੇ ਵਿੱਚ 2468 kg ਸੀ। ਮਤਲਬ ਕਿ ਦੋਨਾਂ ਦੀ ਪ੍ਰੋਡਕਟੀਵਿਟੀ ਪਰ ਹੈਕਟਰ ਬਹੁਤ ਹੀ ਜ਼ਿਆਦਾ ਦੋਨਾਂ ਵਿੱਚ ਡਿਫਰੈਂਸ ਸੀ। ਦੈਟ ਮੀਨਸ ਕਿ ਇੰਡੀਆ ਦੇ ਵਿੱਚ ਪ੍ਰੋਡਕਟੀਵਿਟੀ ਬਹੁਤ ਜ਼ਿਆਦਾ ਘੱਟ ਸੀ। ਨਾਓ ਥਰਡ ਪੁਆਇੰਟ ਇਜ਼ ਲੈਸ ਡਿਵੈਲਪਮੈਂਟ ਆਫ ਇੰਡਸਟਰੀਜ਼। ਇੰਡੀਆ ਦੇ ਵਿੱਚ ਇੰਡੀਪੈਂਡੈਂਸ ਦੇ ਟਾਈਮ ਇੰਡਸਟਰੀ ਦੇ ਡਿਵੈਲਪਮੈਂਟ ਬਹੁਤ ਹੀ ਜ਼ਿਆਦਾ ਘੱਟ ਸੀ। ਜ਼ਿਆਦਾਤਰ ਜਿਹੜੀਆਂ ਇੰਡਸਟਰੀਜ਼ ਸੀ ਉਹ ਜ਼ਿਆਦਾਤਰ ਇੰਡਸਟਰੀਜ਼ ਉਸ ਟਾਈਮ ਜਿਹੜੀਆਂ ਇੰਡੀਆ ਵਿੱਚ ਇੰਡਸਟਰੀਜ਼ ਸੀਗੀਆਂ ਉਹ ਜ਼ਿਆਦਾਤਰ ਕਲੋਥਸ, ਸ਼ੂਗਰ ਅਤੇ ਮਾਚਿਸ ਬਾਕਸ ਲਾਈਕ ਸਮੋਲ ਚੀਜ਼ਾਂ ਜਿਹੜੀਆਂ ਕੰਜ਼ਿਊਮਰ ਗੁੱਡਸ ਸੀਗੀਆਂ ਉਹਨਾਂ ਦਾ ਪ੍ਰੋਡਕਸ਼ਨ ਕਰਦੀਆਂ ਹੁੰਦੀਆਂ ਸੀ। ਬੇਸਿਕ ਅਤੇ ਹੈਵੀ ਇੰਡਸਟਰੀਜ਼ ਲਾਈਕ ਮਸ਼ੀਨਰੀਜ਼ ਹੋ ਗਈਆਂ, ਪੈਟਰੋਲੀਅਮ, ਆਇਰਨ, ਸਟੀਲ ਐਕਸੈਕਟਰਾ, ਇਹਨਾਂ ਦੀ ਜਿਹੜੀ ਸੀ ਗਿਣਤੀ ਬਹੁਤ ਹੀ ਘੱਟ ਸੀ, ਸਮੋਲ ਸੀ। ਠੀਕ ਹੈ, ਸਾਰੀਆਂ ਬਹੁਤ ਹੀ ਜ਼ਿਆਦਾ ਬੈਕਵਰਡ ਸੀਗੀਆਂ ਉਸ ਟਾਈਮ ਦੇ ਵਿੱਚ। 1947 ਦੇ ਟਾਈਮ ਜਿਹੜਾ ਸੀਮੈਂਟ ਦਾ ਪ੍ਰੋਡਕਸ਼ਨ ਸੀ ਉਹ ਸਿਰਫ 26 ਲੱਖ ਟਨ ਸੀ ਅਤੇ ਸ਼ੂਗਰ 10 ਲੱਖ ਟਨ ਸੀ। ਨੈਕਸਟ ਇਜ਼ ਪੂਅਰ ਇਨਫਰਾਸਟਰਕਚਰ। ਇੰਡੀਪੈਂਡੈਂਸ ਦੇ ਟਾਈਮ ਜਿਹੜਾ ਇਨਫਰਾਸਟਰਕਚਰ ਸੀ ਉਹ ਬਹੁਤ ਹੀ ਪੂਅਰ ਅਤੇ ਬੈਕਵਰਡ ਸੀ। ਪੂਅਰ ਇਨਫਰਾਸਟਰਕਚਰ ਲਾਈਕ ਉਸ ਟਾਈਮ ਕਮਿਊਨੀਕੇਸ਼ਨਸ ਹੋ ਗਿਆ, ਬੈਂਕਿੰਗ ਫੈਸਿਲਿਟੀਜ਼ ਹੋ ਗਿਆ, ਟਰਾਂਸਪੋਰਟ ਹੋ ਗਿਆ, ਇਲੈਕਟ੍ਰੀਸਿਟੀ ਸੈਕਟਰਸ ਵਗੈਰਾ, ਇਹ ਸਾਰੇ ਬਹੁਤ ਹੀ ਜ਼ਿਆਦਾ ਪੂਅਰ ਸੀ। ਇਹਨਾਂ ਸਾਰਿਆਂ ਦਾ ਕੁਛ ਵੀ ਡਿਵੈਲਪਮੈਂਟ ਨਹੀਂ ਸੀ, ਬਹੁਤ ਹੀ ਜ਼ਿਆਦਾ ਬੈਕਵਰਡ ਸੀ ਉਸ ਟਾਈਮ ਦੇ ਵਿੱਚ। ਨੈਕਸਟ ਇਜ਼ ਹੈਵੀ ਡਿਪੈਂਡੈਂਸ ਔਨ ਇੰਪੋਰਟ। ਇੰਡੀਪੈਂਡੈਂਸ ਦੇ ਟਾਈਮ ਜਿਹੜੀ ਇੰਡੀਅਨ ਇਕੋਨਮੀ ਸੀ ਉਹ ਇੰਪੋਰਟਸ ਦੇ ਉੱਤੇ ਬਹੁਤ ਜ਼ਿਆਦਾ ਡਿਪੈਂਡ ਕਰਦੀ ਸੀ। ਕੋਈ ਵੀ ਮਸ਼ੀਨਰੀਜ਼ ਹੋ ਗਈਆਂ ਜਾਂ ਅਦਰ ਇਕੁਇਪਮੈਂਟਸ ਔਰ ਪ੍ਰੋਡਕਸ਼ਨ ਦੇ ਲਈ ਜੋ ਵੀ ਉਹਨੂੰ ਇਕੁਇਪਮੈਂਟਸ ਚਾਹੀਦੇ ਹੁੰਦੇ ਸੀ ਉਹ ਇੰਪੋਰਟਸ ਕਰਦੀ ਹੁੰਦੀ ਸੀ ਦੂਸਰੀ ਕੰਟਰੀਜ਼ ਤੋਂ। ਉਹ ਮਤਲਬ ਕਿ ਕੰਟਰੀਜ਼ ਦੇ ਵਿੱਚ ਇੰਨੀਆਂ ਜ਼ਿਆਦਾ ਹੈਵੀ ਇੰਡਸਟਰੀਜ਼ ਨਹੀਂ ਸੀ ਕਿ ਉਹ ਆਪਣੇ ਆਪ ਦੇਸ਼ ਦੇ ਵਿੱਚ ਉਹਨਾਂ ਸਾਰੀਆਂ ਚੀਜ਼ਾਂ ਦਾ ਪ੍ਰੋਡਕਸ਼ਨ ਜਾਂ ਮੈਨੂਫੈਕਚਰ ਕਰ ਸਕਣ। ਇਸ ਲਈ ਇੰਡੀਆ ਨੂੰ ਉਸ ਟਾਈਮ ਇਹਨਾਂ ਸਾਰੀਆਂ ਚੀਜ਼ਾਂ ਨੂੰ ਇੰਪੋਰਟ ਕਰਨਾ ਪੈਂਦਾ ਸੀ, ਦੂਸਰੀ ਕੰਟਰੀਜ਼ 'ਤੇ ਡਿਪੈਂਡੈਂਟ ਸੀ ਬਹੁਤ। ਜਿਹੜੀ ਆਰਮੀ ਫੋਰਸਿਸ ਸੀ ਉਸ ਟਾਈਮ ਬਹੁਤ ਜ਼ਿਆਦਾ ਉਹਨਾਂ ਦੇ ਜਿਹੜੇ ਡਿਫੈਂਸ ਇਕੁਇਪਮੈਂਟ ਸੀ ਉਹਨਾਂ ਦੀ ਵੀ ਬਹੁਤ ਜ਼ਿਆਦਾ ਇੰਪੋਰਟਸ ਕੀਤਾ ਜਾਂਦਾ ਸੀ। ਉਹਨਾਂ ਸਾਰੀਆਂ ਚੀਜ਼ਾਂ ਦੇ ਲਈ ਵੀ ਬਹੁਤ ਜ਼ਿਆਦਾ ਫੋਰਨ ਕੰਟਰੀਜ਼ 'ਤੇ ਡਿਪੈਂਡੈਂਸ ਹੁੰਦੀ ਸੀਗੀ। ਇਹਨਾਂ ਸਭ ਦੇ ਇਲਾਵਾ ਲਾਈਕ ਸੈਵਰਲ ਕੰਜ਼ਿਊਮਰ ਗੁੱਡਸ ਸੀ ਲਾਈਕ ਸਵੀਵਿੰਗ ਮਸ਼ੀਨਸ ਹੋ ਗਈਆਂ, ਮੈਡੀਸਨਸ ਹੋ ਗਈਆਂ, ਕੈਰੋਸਿਨ ਆਇਲ, ਬਾਈਸਾਈਕਲ ਸੀ। ਇਹਨਾਂ ਸਾਰੀਆਂ ਚੀਜ਼ਾਂ ਨੂੰ ਵੀ ਅਬਰੋਡ ਫੋਰਨ ਕੰਟਰੀਜ਼ ਤੋਂ ਇੰਪੋਰਟ ਕੀਤਾ ਜਾਂਦਾ ਸੀ, ਬਾਹਰੋਂ ਮੰਗਵਾਇਆ ਜਾਂਦਾ ਸੀ ਇਹਨਾਂ ਨੂੰ। ਨੈਕਸਟ ਇਜ਼ ਸਲੋ ਪ੍ਰੋਪੋਰਸ਼ਨ ਆਫ ਅਰਬਨ ਪਾਪੂਲੇਸ਼ਨ। ਇੰਡੀਪੈਂਡੈਂਸ ਦੇ ਟਾਈਮ ਜਿਹੜੀ ਇੰਡੀਆ ਦੀ ਜਿਹੜੀ ਪਾਪੂਲੇਸ਼ਨ ਸੀ ਉਹ ਜ਼ਿਆਦਾਤਰ ਪਿੰਡਾਂ ਜਾਂ ਵਿਲੇਜਸ ਦੇ ਵਿੱਚ ਰਹਿੰਦੇ ਸੀਗੇ।
1948 ਦੇ ਟਾਈਮ ਜਿਹੜੀ ਇੰਡੀਆ ਦੀ ਸਿਰਫ 14% ਜਿਹੜੀ 14% ਪਾਪੂਲੇਸ਼ਨ ਸੀ ਉਹ ਵੀ ਸਿਰਫ ਅਰਬਨ ਏਰੀਆ ਵਿੱਚ ਰਹਿੰਦੀ ਸੀ, ਬਟ ਬਾਕੀ ਜਿਹੜੀ 86% ਜਿਹੜੀ ਪਾਪੂਲੇਸ਼ਨ ਸੀ ਉਹ ਰੂਰਲ ਏਰੀਆ ਵਿੱਚ ਰਹਿੰਦੀ ਸੀ। ਦੈਟ ਮੀਨਸ ਕਿ ਆਊਟ ਆਫ 7% 6% ਜਿਹੜੇ ਸੀਗੇ ਉਹ ਵਿਲੇਜ ਦੇ ਵਿੱਚ ਰਹਿੰਦੇ ਸੀ ਅਤੇ ਸਿਰਫ 1% ਸੀ ਜਿਹੜਾ ਅਰਬਨ ਏਰੀਆ ਵਿੱਚ ਰਹਿੰਦਾ ਸੀ। ਡਿਊ ਟੂ ਦਿਸ ਕਿ ਜਿਹੜੀ ਪੀਪਲਸ ਦੇ ਜਿਹੜੇ ਲੋਕੀ ਸੀ ਉਸ ਟਾਈਮ, ਇਸ ਕਰਕੇ ਉਹ ਬਹੁਤ ਹੀ ਜ਼ਿਆਦਾ ਇਲਿਟਰੇਟ ਸੀ ਅਤੇ ਉਹਨਾਂ ਦਾ ਸਟੈਂਡਰਡ ਆਫ ਲਿਵਿੰਗ ਬਹੁਤ ਹੀ ਲੋ ਸੀ। Next is illiteracy. Illiteracy is both the cause and effect of poverty. Illiteracy ਦੇ ਕਾਰਨ ਹੀ ਲੋਕ ਬਹੁਤ ਜ਼ਿਆਦਾ ਪੂਅਰ ਸੀ, ਬਿਕੋਜ਼ ਉਹਨਾਂ ਦੀ ਐਫੀਸ਼ੀਐਂਸੀ ਲੇਬਰ ਦੀ ਉਸ ਟਾਈਮ ਜਿਹੜੇ ਪੀਪਲ ਦੀ ਸੀ ਉਹਨਾਂ ਦੀ ਐਫੀਸ਼ੀਐਂਸੀ ਬਹੁਤ ਘੱਟ ਹੁੰਦੀ ਸੀ। ਪੀਪਲ ਜਿਹੜੇ ਉਸ ਟਾਈਮ ਲੋਕੀ ਸੀ ਉਹਨਾਂ ਨੂੰ ਨਿਊ ਟੈਕਨੀਕਸ ਐਗਰੀਕਲਚਰ ਦੇ ਵਿੱਚ ਕਿਵੇਂ ਜਾਂ ਇੰਡਸਟਰੀ ਵਿੱਚ ਕਿਵੇਂ ਅਡੋਪਟ ਕਰਨਾ, ਉਹਨਾਂ ਨੂੰ ਕਿਵੇਂ ਯੂਜ਼ ਕਰਨਾ, ਬਿਕੋਜ਼ ਆਫ ਇਲਿਟਰੇਸੀ ਉਹਨਾਂ ਨੂੰ ਉਸ ਚੀਜ਼ ਦੀ ਨੌਲੇਜ ਨਹੀਂ ਹੁੰਦੀ ਸੀ ਕਿ ਨਿਊ ਮਸ਼ੀਨਸ ਨੂੰ ਕਿਵੇਂ ਯੂਜ਼ ਕਰਨਾ ਹੈ। ਇਸ ਕਰਕੇ 1948 ਦੇ ਟਾਈਮ ਜਿਹੜੀ 18% ਸੀ ਸਿਰਫ ਲਿਟਰੇਸੀ ਰੇਟ ਸੀ, ਬਟ ਬਾਕੀ 82% ਆਫ ਦੀ ਪਾਪੂਲੇਸ਼ਨ ਆਫ ਇੰਡੀਆ ਵਾਜ਼ ਇਲਿਟਰੇਟ, ਮਤਲਬ ਕਿ ਸਿਰਫ 18% ਜਿਹੜੀ ਪਾਪੂਲੇਸ਼ਨ ਸੀ ਉਹ ਲਿਟਰੇਟ ਸੀ, ਬਾਕੀ 82% ਆਫ ਪਾਪੂਲੇਸ਼ਨ ਇਲਿਟਰੇਸੀ ਸੀ, ਮਤਲਬ ਕਿ ਲੋਕੀ ਪੜ੍ਹੇ ਲਿਖੇ ਨਹੀਂ ਸੀ। ਉਸ ਟਾਈਮ ਆਲਮੋਸਟ ਜਿਹੜੀਆਂ ਵਿਮਨ ਸੀਗੀਆਂ ਆਲਮੋਸਟ ਉਹ ਇਲਿਟਰੇਟ ਹੀ ਸੀ, ਉਹਨਾਂ ਵਿੱਚ ਜਿਹੜੀ ਪੜ੍ਹੀ ਲਿਖੀਆਂ ਬਹੁਤ ਘੱਟ ਸੀ। ਨੈਕਸਟ ਇਜ਼ ਸਟੈਗਨੈਂਟ ਇਕੋਨਮੀ। ਇੰਡੀਪੈਂਡੈਂਸ ਦੇ ਟਾਈਮ ਜਿਹੜੀ ਇੰਡੀਅਨ ਇਕੋਨਮੀ ਸੀ ਇੱਕ ਸਟੈਗਨੈਂਟ ਇਕੋਨਮੀ ਸੀ। ਸਟੈਗਨੈਂਟ ਇਕੋਨਮੀ ਉਸ ਇਕੋਨਮੀ ਨੂੰ ਕਿਹਾ ਹੁੰਦਾ ਹੈ ਜਿਸ ਵਿੱਚ ਗਰੋਥ ਰੇਟ ਆਫ ਇਨਕਮ, ਜਿਸ ਦੀ ਇਨਕਮ ਦੇ ਵਿੱਚ ਜਿਹੜੀ ਗਰੋਥ ਰੇਟ ਹੁੰਦੀ ਹੈ ਉਹ ਬਹੁਤ ਹੀ ਘੱਟ ਹੁੰਦੀ ਹੈ, ਮਤਲਬ ਕਿ ਆਲਮੋਸਟ ਨਾ ਦੇ ਬਰਾਬਰ ਹੁੰਦੀ ਹੈ। ਨੀਚੇ ਜਿਹੜਾ ਗਰੋਥ ਰੇਟ ਆਫ ਪਰ ਕੈਪੀਟਾ ਇਨਕਮ ਇਨ ਇੰਡੀਆ, ਇਹਦੇ ਵਿੱਚ ਬ੍ਰਿਟਿਸ਼ ਪੀਰੀਅਡ ਦੇ ਜਿਹੜਾ 100 ਸਾਲ ਦੇ ਵਿੱਚ ਕਿੰਨੀ ਗਰੋਥ ਰੇਟ ਹੋਈ ਹੈ ਪਰ ਕੈਪੀਟਾ ਇਨਕਮ ਦੇ ਵਿੱਚ ਉਸਨੂੰ ਸ਼ੋਅ ਕੀਤਾ ਗਿਆ। ਬਿਕੋਜ਼ ਆਫ ਬ੍ਰਿਟਿਸ਼ ਰੂਲ ਇੰਡੀਅਨ ਇਕੋਨਮੀ ਬਹੁਤ ਹੀ ਜ਼ਿਆਦਾ ਬੈਕਵਰਡ ਹੋ ਚੁੱਕੀ ਸੀ, ਕਿਉਂਕਿ ਪਰ ਕੈਪੀਟਾ ਇਨਕਮ ਵਿੱਚ ਇਨਕਰੀਜ਼ ਬਿਲਕੁਲ ਨਹੀਂ ਹੋ ਰਿਹਾ ਸੀ, ਗਰੋਥ ਹੀ ਨਹੀਂ ਹੋ ਰਹੀ ਸੀ ਇਕੋਨਮੀ ਦੇ ਵਿੱਚ। ਇਸ ਕਾਰਨ ਪ੍ਰੋਡਕਸ਼ਨ, ਐਗਰੀਕਲਚਰ, ਇੰਡਸਟਰੀ ਸੈਕਟਰ, ਹਰ ਇੱਕ ਸੈਕਟਰ ਵਿੱਚ ਬੈਕਵਰਡਨੈਸ ਆ ਗਈ ਸੀ। ਐਂਡ ਬਿਕੋਜ਼ ਆਫ ਫਰੀ ਟਰੇਡ ਪੋਲਿਸੀ ਜਿਹੜੀਆਂ ਗੁੱਡਸ ਨੂੰ ਇੰਪੋਰਟ ਕੀਤਾ ਜਾਂਦਾ ਸੀ, ਬ੍ਰਿਟਿਸ਼ ਰੂਲ ਆਪਣੀ ਇੰਗਲੈਂਡ ਤੋਂ ਮੰਗਵਾ ਕੇ ਗੁੱਡਸ ਨੂੰ ਇੰਡੀਅਨ ਡੋਮੈਸਟਿਕ ਮਾਰਕੀਟ ਦੇ ਵਿੱਚ ਉਸਨੂੰ ਸੇਲ ਕਰਦੀ ਸੀ। ਉਸ ਦੇ ਕਾਰਨ ਕੀ ਹੁੰਦਾ ਸੀ, ਜਿਹੜੀਆਂ ਡੋਮੈਸਟਿਕ ਇੰਡਸਟਰੀਜ਼ ਸੀਗੀਆਂ ਉਹਨਾਂ ਨੂੰ ਪ੍ਰੋਪਰ ਓਪਰਚੁਨਿਟੀਜ਼ ਨਹੀਂ ਮਿਲਦੀਆਂ ਸੀ ਫॉर ਡਿਵੈਲਪਮੈਂਟ ਲਈ, ਕਿਉਂਕਿ ਉਹਨਾਂ ਦਾ ਕੰਪੀਟੀਸ਼ਨ ਵੱਧ ਜਾਂਦਾ ਸੀਗਾ। ਨੈਕਸਟ ਇਜ਼ ਸੈਮੀ ਫਿਊਡਲ ਇਕੋਨਮੀ। ਇੰਡੀਪੈਂਡੈਂਸ ਦੇ ਟਾਈਮ ਇੰਡੀਅਨ ਇਕੋਨਮੀ ਨਾ ਤਾਂ ਪੂਰੀ ਤਰ੍ਹਾਂ ਪ੍ਰੋਪਰ ਫਿਊਡਲ ਇਕੋਨਮੀ ਸੀ ਅਤੇ ਨਾ ਹੀ ਪ੍ਰੋਪਰ ਕੈਪੀਟਲਿਸਟ ਇਕੋਨਮੀ ਸੀ, ਇਹ ਦੋਨਾਂ ਦਾ ਮਿਕਸਚਰ ਸੀ, ਇਸ ਲਈ ਉਸਨੂੰ ਸੈਮੀ ਫਿਊਡਲ ਇਕੋਨਮੀ ਕਿਹਾ ਜਾਂਦਾ ਸੀ। ਇਸ ਕਰਕੇ ਉਸ ਟਾਈਮ ਦੋ ਤਰ੍ਹਾਂ ਦੇ ਮੋਡ ਆਫ ਪ੍ਰੋਡਕਸ਼ਨ ਹੁੰਦੇ ਸੀ। ਫਸਟ ਵਨ ਇਜ਼ ਫਿਊਡਲਿਜ਼ਮ। ਬ੍ਰਿਟਿਸ਼ ਗਵਰਨਮੈਂਟ ਨੇ ਉਸ ਟਾਈਮ ਇੱਕ ਨਿਊ ਪੋਲਿਸੀ ਅਡੋਪਟ ਕੀਤੀ ਸੀ, ਜ਼ਿਮੀਦਾਰੀ ਸਿਸਟਮ। ਜ਼ਿਮੀਦਾਰੀ ਸਿਸਟਮ ਵਿੱਚ ਉਹ ਕੀ ਕਰਦੇ ਸੀ ਕਿ ਲੈਂਡ ਦੀ ਓਨਰਸ਼ਿਪ ਜ਼ਿਮੀਦਾਰਾਂ ਨੂੰ ਦੇ ਦਿੰਦੀ ਸੀ, ਅਤੇ ਜਿਹੜੇ ਐਕਚੁਅਲ ਕਲਟੀਵੇਟਰ ਹੁੰਦੇ ਸੀਗੇ ਜਿਹੜਾ ਉਸ 'ਤੇ ਕਲਟੀਵੇਟ ਕਰਦੇ ਸੀ ਉਹਨਾਂ ਦਾ ਲੈਂਡ ਉੱਤੇ ਕੋਈ ਵੀ ਲੀਗਲ ਰਾਈਟ ਨਹੀਂ ਰਹਿੰਦਾ ਸੀਗਾ। ਗਵਰਨਮੈਂਟ ਬ੍ਰਿਟਿਸ਼ ਸਰਕਾਰ ਕੀ ਕਰਦੀ ਸੀ, ਗਵਰਨਮੈਂਟ ਉਹ ਲੈਂਡ ਦਾ ਰੈਵਨਿਊ ਫਿਕਸ ਕਰ ਦਿੰਦੀ ਹੁੰਦੀ ਸੀਗੀ ਕਿ ਇਹਨਾਂ ਨੇ ਕਿ ਕਲਟੀਵੇਟਰਸ ਜਾਂ ਐਕਚੁਅਲ ਕਲਟੀਵੇਟਰਸ ਨੇ ਕਿੰਨਾ ਰੈਵਨਿਊ ਦੇਣਾ ਆ, ਬਟ ਜਿਹੜਾ ਰੈਂਟ ਹੁੰਦਾ ਸੀ ਲੈਂਡ ਦਾ, ਰੈਂਟ ਜਿਹੜਾ ਉਸ 'ਤੇ ਲੈਂਦੀ ਸੀ ਉਹ ਹਰ ਸਾਲ ਇਨਕਰੀਜ਼ ਕਰਦੀ ਰਹਿੰਦੀ ਸੀਗੀ। ਇਸ ਦੇ ਕਾਰਨ ਕੀ ਹੋਇਆ ਕਿ ਜਿਹੜੇ ਕਲਟੀਵੇਟਰ ਸੀਗੇ ਉਹਨਾਂ ਨੇ ਜਿਹੜੀ ਲੈਂਡ ਸੀ ਉਹਨਾਂ ਨੂੰ ਸਬ ਟੈਂਟਰਸ ਜਾਂ ਕਿਹੜੋ ਨੈਕਸਟ ਕਿਸੇ ਹੋਰ ਛੋਟੇ ਕਿਸਾਨਾਂ ਨੂੰ ਅੱਗੇ ਉਹ ਦੇ ਦਿੰਦੇ ਸੀਗੇ ਫੋਰ ਰੈਂਟ 'ਤੇ। ਇਹਦੇ ਨਾਲ ਕੀ ਹੁੰਦਾ ਸੀਗਾ ਕਿ ਮਿਡਲਮੈਨ ਸੀ, ਚੇਨ ਬਣ ਜਾਂਦੀ ਸੀ ਗਵਰਨਮੈਂਟ ਅਤੇ ਐਕਚੁਅਲ ਕਲਟੀਵੇਟਰ ਦੇ ਵਿੱਚ, ਜਿਸ ਕਾਰਨ ਜਿਹੜੇ ਐਕਚੁਅਲ ਕਲਟੀਵੇਟਰਸ ਹੁੰਦੇ ਸੀ ਉਹਨਾਂ ਦੇ ਕੋਲ ਜਿਹੜਾ ਪ੍ਰੋਡਕਸ਼ਨ ਦਾ ਉਹਨਾਂ ਨੂੰ ਕੁਝ ਵੀ ਪ੍ਰੋਫਿਟ ਨਹੀਂ ਬਚਦਾ ਸੀ, ਸਾਰੇ ਮਿਡਲਮੈਨ ਅਤੇ ਗਵਰਨਮੈਂਟ ਲੈ ਜਾਂਦੇ ਸੀ। ਇਸ ਕਾਰਨ ਜਿਹੜੇ ਐਕਚੁਅਲ ਕਲਟੀਵੇਟਰਸ ਹੁੰਦੇ ਸੀਗੇ ਜਾਂ ਕਿਸਾਨ ਹੁੰਦੇ ਸੀ ਉਹਨਾਂ ਦੀ ਹਾਲਤ ਕਹਿ ਲਓ ਸੀ ਬਹੁਤ ਜ਼ਿਆਦਾ ਉਹਨਾਂ ਦੀ ਐਕਸਪਲੋਇਟੇਸ਼ਨ ਹੁੰਦੀ ਸੀ ਉਹਨਾਂ ਦੀ ਬਹੁਤ ਜ਼ਿਆਦਾ। ਨੈਕਸਟ ਇਜ਼ ਕੈਪੀਟਲਿਜ਼ਮ। ਡਿਊਰਿੰਗ ਬ੍ਰਿਟਿਸ਼ ਰੂਲ ਇਨ ਇੰਡੀਆ ਕੈਪੀਟਲਿਸਟ ਸਿਸਟਮ ਵਾਜ਼ ਅਡੋਪਟ ਇਨ ਮੈਨੀ ਸੈਕਟਰ। ਬ੍ਰਿਟਿਸ਼ ਰੂਲ ਦੇ ਟਾਈਮ ਬਹੁਤ ਸਾਰੇ ਸੈਕਟਰ ਦੇ ਵਿੱਚ ਕੈਪੀਟਲਿਸਟ ਸਿਸਟਮ ਅਡੋਪਟ ਕੀਤਾ ਗਿਆ, ਲਾਈਕ ਕੈਪੀਟਲਿਸਟਿਕ ਇੰਡਸਟਰੀਜ਼ ਬਣਾਈਆਂ ਗਈਆਂ, ਲਾਈਕ ਬਹੁਤ ਸਾਰੀ ਇੰਡਸਟਰੀਜ਼ ਸੈਟਅਪ ਕੀਤੀਆਂ ਗਈਆਂ, ਕਾਟਨ ਦੀਆਂ, ਟੈਕਸਟਾਈਲ ਦੀਆਂ, ਜੂਟ, ਆਇਰਨ, ਸਟੀਲ, ਸ਼ੂਗਰ। ਇਹਨਾਂ ਵਿੱਚ ਵੱਡੀ ਅਮਾਊਂਟ ਦੇ ਵਿੱਚ ਕੈਪੀਟਲ ਦਾ ਪੈਸਾ ਇਨਵੈਸਟ ਕੀਤਾ ਗਿਆ ਤਾਂ ਕਿ ਇਹਨਾਂ ਨੂੰ ਡਿਵੈਲਪ ਕੀਤਾ ਜਾ ਸਕੇ।
ਨੈਕਸਟ ਇਜ਼ ਕੈਪੀਟਲਿਸਟਿਕ ਐਗਰੀਕਲਚਰ। ਐਗਰੀਕਲਚਰ ਸੈਕਟਰ ਦਾ ਵੀ ਕੈਪੀਟਲਿਸਟ ਕੀਤਾ ਗਿਆ। ਉਹਦਾ ਕੀ ਆ ਕਿ ਉਹਨਾਂ ਨੇ ਟੀ, ਰਬੜ ਅਤੇ ਕੌਫੀ ਦੀ ਪਲਾਂਟੇਸ਼ਨ ਅਤੇ ਪ੍ਰੋਡਕਸ਼ਨ ਕਰਨਾ ਸਟਾਰਟ ਕਰ ਦਿੱਤਾ। ਇਸ ਦੇ ਕਾਰਨ ਕੀ ਹੋਇਆ ਕਿ ਲਾਰਜ ਨੰਬਰ ਆਫ ਵਰਕਰਸ ਨੂੰ ਐਮਪਲੋਇਮੈਂਟ ਮਿਲ ਗਿਆ। ਜਦੋਂ ਐਗਰੀਕਲਚਰ ਦੀ ਪ੍ਰੋਡਕਸ਼ਨ ਜ਼ਿਆਦਾ ਹੋਈ ਤਾਂ ਉਹਨਾਂ ਦਾ ਕੀ ਹੋਇਆ ਕਿ ਮਾਰਕੀਟ ਵਿੱਚ ਉਸਦੀ ਸੇਲ ਵੀ ਇਨਕਰੀਜ਼ ਹੋ ਗਈ ਐਜ਼ ਏ ਰਿਜ਼ਲਟ ਆਫ ਦਿਸ। ਉਸ ਤੋਂ ਬਾਅਦ ਹੈਗਾ ਨੈਕਸਟ ਪੁਆਇੰਟ ਇਜ਼ ਡੈਪਰੀਸੀਏਸ਼ਨ ਇਕੋਨਮੀ। ਡੈਪਰੀਸੀਏਟਡ ਇਕੋਨਮੀ ਕੀ ਆ? ਇੰਡੀਪੈਂਡੈਂਸ ਦੇ ਟਾਈਮ ਜਿਹੜੀ ਇੰਡੀਅਨ ਇਕੋਨਮੀ ਸੀਗੀ ਡੈਪਰੀਸੀਏਟਡ ਇਕੋਨਮੀ ਬਣ ਚੁੱਕੀ ਸੀਗੀ ਉਸ ਟਾਈਮ। ਕਿਉਂ ਬਣ ਚੁੱਕੀ ਸੀ? ਕਿਉਂਕਿ ਉਸ ਟਾਈਮ ਲਾਈਕ ਜਦੋਂ ਸੈਕਿੰਡ ਵਰਲਡ ਵਾਰ ਹੋਇਆ ਸੀ ਇੰਡੀਅਨ ਇਕੋਨਮੀ ਵਿੱਚ ਉਸ ਟਾਈਮ ਡੈਪਰੀਸੀਏਟਡ ਇਕੋਨਮੀ ਬਣ ਚੁੱਕੀ ਸੀ। ਕਿਉਂਕਿ ਜਦੋਂ ਉਸ ਟਾਈਮ ਜਿਹੜੀ ਇੰਡਸਟਰੀਜ਼ ਸੀਗੀਆਂ ਉਹਨਾਂ ਨੂੰ ਬਹੁਤ ਡਿਊਰਿੰਗ ਵਾਰ ਪੀਰੀਅਡ ਮਸ਼ੀਨਰੀਜ਼ ਐਂਡ ਅਦਰ ਇਕੁਇਪਮੈਂਟਸ ਓਵਰਵਰਕ। ਉਸ ਟਾਈਮ ਮਤਲਬ ਕਿ ਮਸ਼ੀਨਰੀਜ਼ ਅਤੇ ਅਦਰ ਇਕੁਇਪਮੈਂਟਸ ਤੋਂ ਜਦੋਂ ਵਾਰ ਦਾ ਪੀਰੀਅਡ ਸੀ ਉਹਨਾਂ ਦਾ ਬਹੁਤ ਜ਼ਿਆਦਾ ਕੰਮ ਲਾਈਕ ਦਿਨ ਰਾਤ ਕਹਿ ਲਓ ਉਹਨਾਂ ਦਾ ਪ੍ਰੋਡਕਸ਼ਨ ਕੀਤਾ ਗਿਆ। ਇਸ ਕਾਰਨ ਉਹਨਾਂ ਵਿੱਚ ਡੈਪਰੀਸੀਏਸ਼ਨ ਕਹਿ ਲਓ ਜੋ ਖਰਾਬ ਉਹਨਾਂ ਵਿੱਚ ਜੋ ਵੀ ਖਰਾਬ ਆ ਗਈਆਂ, ਖਰਾਬੀ ਹੋਣੀ ਸ਼ੁਰੂ ਹੋ ਗਈ। ਅਤੇ ਬਟ ਇੰਡੀਆ ਜਿਹੜਾ ਇਹ ਮਸ਼ੀਨਸ ਦਾ ਪ੍ਰੋਡਕਸ਼ਨ ਆਪ ਨਹੀਂ ਕਰਦਾ ਹੁੰਦਾ ਸੀ, ਇਸ ਲਈ ਉਹ ਕੀ ਕਰਦਾ ਸੀ ਇਹਨਾਂ ਸਾਰੀਆਂ ਚੀਜ਼ਾਂ ਦੀ ਇੰਪੋਰਟ ਕਰਦਾ ਹੁੰਦਾ ਸੀ। ਬਟ ਇੰਡੀਅਨ ਇਕੋਨਮੀ ਬਹੁਤ ਹੀ ਜ਼ਿਆਦਾ ਪੂਅਰ ਹੋ ਗਈ ਜਾਂ ਬੈਕਵਰਡ ਹੋ ਚੁੱਕੀ ਸੀ। ਉਹਦੇ ਲਈ ਇਹਨਾਂ ਸਾਰੀਆਂ ਗੁੱਡਸ ਨੂੰ ਮਸ਼ੀਨਰੀ ਨੂੰ ਇੰਪੋਰਟ ਕਰਨਾ ਵੀ ਬਹੁਤ ਜ਼ਿਆਦਾ ਔਖਾ ਹੋ ਚੁੱਕਿਆ ਸੀ ਉਸ ਟਾਈਮ। ਅਤੇ ਵਰਲਡ ਵਾਰ ਸੈਕਿੰਡ ਦੇ ਟਾਈਮ ਜਿਹੜਾ ਉਸ ਟਾਈਮ ਰੇਲਵੇ ਸਿਸਟਮ ਜਿਹੜਾ ਬ੍ਰਿਟਿਸ਼ ਗਵਰਨਮੈਂਟ ਨੇ ਸਟਾਰਟ ਕੀਤਾ ਸੀ ਉਸ ਟਾਈਮ ਉਹ ਵੀ ਬਹੁਤ ਜ਼ਿਆਦਾ ਬੈਕਵਰਡ ਹੋ ਚੁੱਕਿਆ ਸੀ ਵਾਰ ਦੇ ਕਾਰਨ।